हाँ जी, स्वागत है जी तुहाडा सारिਆਂ ਦਾ ਸਾਡੇ YouTube चैनल एग्जाम स्टडी विद जॉब अलर्ट्स ਤੇ। सो मास्टर केडर SST अगले भाग के अगले MCQ प्रश्न उत्तर तुहाडे ਲਈ लेके आए हैं। सो 39वां भाग आ चुके। इस तो पहला वाले भाग चैनल की प्लेलिस्ट में जाके या फिर वीडियो की डिस्क्रिप्शन के जाके तुसीं रीड कर सकते हो। तो स्टार्ट करते हैं जी अगले MCQ। तो प्रश्न नंबर 636 तो स्टार्ट करांगे। किसी भी सधारण मुकदमे के बैच में घट्टो घट्ट किन्ने जज जिहड़े होने चाहिए ने? 3, 5, 7 ਜਾਂ फिर 9 जज। तो सधारण मुकदमे वाले बैच के घट्टो घट्ट जिहड़े 3 जज होने चाहिए ने, 3 जज जिहड़े होने जरूरी ने। ऑप्शन ऊड़ा राइट आंसर आएगा। अगला प्रश्न है, सुप्रीम कोर्ट के मौलिक अधिकार खेत्र के किहड़े-किहड़े मुकदमे है जिहड़े शामिल ने? भारत सरकार अते एक ਜਾਂ ਇੱਕ ਤੋਂ ਜ਼ਿਆਦਾ ਰਾਜਾਂ ਦੇ ਆਪਸੀ ਝਗੜੇ, ਅਜਿਹੇ ਝਗੜੇ ਜਿਨ੍ਹਾਂ ਵਿੱਚ ਭਾਰਤ ਸਰਕਾਰ ਅਤੇ ਕੁਝ ਰਾਜ ਇੱਕ ਪਾਸੇ ਹੋਣ ਅਤੇ ਦੂਜੇ ਰਾਜ ਦੂਜੇ ਪਾਸੇ, 2 ਜਾਂ ਜ਼ਿਆਦਾ ਰਾਜਾਂ ਦੇ ਆਪਸੀ ਝਗੜੇ ਜਾਂ ਉਪਰੋਕਤ ਸਾਰੇ। ਤਾਂ ਇਹਦਾ ਆਨਸਰ ਹੈ ਜਿਹੜਾ ਉਪਰੋਕਤ ਸਾਰੇ ਆਏਗਾ। ਇਹ ਤਿੰਨੋਂ ਕਥਨ ਨੇ ਜਿਹੜੇ ਇਹਦੇ ਵਿੱਚ ਐਡ ਨੇ। ਇਹ ਸਾਰੇ ਜਿਹੜੇ ਮੁਕੱਦਮੇ ਨੇ ਸੁਪਰੀਮ ਕੋਰਟ ਦੇ ਮੌਲਿਕ ਅਧਿਕਾਰ ਖੇਤਰ ਵਿੱਚ ਜਿਹੜੇ ਆਉਂਦੇ ਆ। ਆਪਸ਼ਨ ਸੱਸਾ ਸਾਡਾ राइट आंसर आएगा। अगला प्रश्न है, संविधान के तीजे भाग में अंकित मौलिक अधिकारां की राखी कौन करता है? राष्ट्रपति, सुप्रीम कोर्ट, हाई कोर्ट या फिर जिला परिषदा। तो संविधान के तीजे भाग के जो अंकित मौलिक अधिकार ने तो इन्हां की राखी है जिहड़ी सुप्रीम कोर्ट करती है। सो ये एक होर क्वेश्चन बनता है, संविधान के तीजे भाग के की है ਜਾਂ ਤੀਜਾ ਭਾਗ ਸੰਵਿਧਾਨ ਦਾ ਜਿਹੜਾ ਕਿਸ ਨਾਲ ਸੰਬੰਧਿਤ ਹੈ? ਤਾਂ ਮੌਲਿਕ ਅਧਿਕਾਰਾਂ ਨਾਲ। ਇਹਨਾਂ ਦੀ ਰਾਖੀ ਕੌਣ ਕਰਦਾ ਹੈ? ਸੁਪਰੀਮ ਕੋਰਟ। ਸੋ 2 ਕੁਐਸਚਨ ਬਣ ਗਏ ਇਹਦੇ ਵਿੱਚੋਂ। ਅਗਲਾ ਪ੍ਰਸ਼ਨ ਹੈ, ਹੇਠਾਂ ਦਿੱਤੇ ਵਿੱਚੋਂ ਕਿਹੜੇ ਝਗੜੇ ਸੁਪਰੀਮ ਕੋਰਟ ਦੇ ਆਰੰਭਿਕ ਅਧਿਕਾਰ ਖੇਤਰ ਵਿੱਚ ਨਹੀਂ ਆਉਂਦੇ? ਅੰਤਰਰਾਜੀ ਨਦੀਆਂ ਤੇ ਪਾਣੀਆਂ ਦੀ ਵੰਡ ਸੰਬੰਧੀ ਝਗੜੇ, ਵੱਖ-ਵੱਖ ਰਾਜਾਂ ਦੇ ਰਾਜਨੀਤਿਕ ਝਗੜੇ, ਅਜਿਹੀਆਂ ਸੰਧੀਆਂ ਸੰਬੰਧੀ ਝਗੜੇ ਜੋ ਸੰਵਿਧਾਨ ਦੇ ਲਾਗੂ ਹੋਣ ਤੇ ਪਹਿਲਾਂ ਕੀਤੀਆਂ ਗਈਆਂ ਸਨ, ਜਾਂ ਉਪਰੋਕਤ ਸਾਰੇ। ਤਾਂ ਉਪਰੋਕਤ ਸਾਰੇ ਆਏਗਾ। ਤਿੰਨੋਂ ਆ ਜਿਹੜੇ ਇਸ ਤਰ੍ਹਾਂ ਦੇ ਝਗੜੇ ਨੇ ਉਹ ਸੁਪਰੀਮ ਕੋਰਟ ਦੇ ਆਰੰਭਿਕ ਅਧਿਕਾਰ ਖੇਤਰ ਵਿੱਚ ਨਹੀਂ ਆਉਂਦੇ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਸੰਵਿਧਾਨ ਦੀ ਧਾਰਾ 32 ਦੇ ਅਨੁਸਾਰ ਜੇਕਰ ਕਿਸੇ ਵਿਅਕਤੀ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਉਹ ਕਿਸ ਦੀ ਹੈ ਜਿਹੜੀ ਸ਼ਰਨ ਲੈ ਸਕਦਾ ਹੈ? ਜ਼ਿਲ੍ਹਾ ਪਰਿਸ਼ਦ ਦੀ, ਰਾਜਪਾਲ ਦੀ, ਸੁਪਰੀਮ ਕੋਰਟ ਦੀ ਜਾਂ ਫਿਰ ਰਾਸ਼ਟਰਪਤੀ ਦੀ। ਤਾਂ ਉਹ ਸ਼ਰਨ ਹੈ ਜਿਹੜੀ ਸੁਪਰੀਮ ਕੋਰਟ ਦੀ ਲਏਗਾ। ਸੰਵਿਧਾਨ ਦੀ ਧਾਰਾ 32 ਦੇ ਅਨੁਸਾਰ ਜੇਕਰ ਕਿਸੇ ਵਿਅਕਤੀ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਬਣੇਗਾ। ਦੇਸ਼ ਦੇ ਸਰਵਉੱਚ ਕਾਨੂੰਨ ਸੰਵਿਧਾਨ ਦੀ ਸੁਰੱਖਿਆ ਦਾ ਕਾਰਜ ਕਿਸ ਦੇ ਸੁਪੁਰਦ ਹੈ ਜਿਹੜਾ ਕੀਤਾ ਗਿਆ? ਹਾਈ ਕੋਰਟ, ਸੈਸ਼ਨ ਕੋਰਟ, ਸੁਪਰੀਮ ਕੋਰਟ ਜਾਂ ਫਿਰ ਰਾਸ਼ਟਰਪਤੀ ਦੇ। ਤਾਂ ਇਹ ਸੁਪੁਰਦ ਕੀਤਾ ਗਿਆ ਜੀ ਰਾਸ਼ਟਰਪਤੀ ਦੇ। ਸੰਵਿਧਾਨ ਦੀ ਸੁਰੱਖਿਆ ਦਾ ਜਿਹੜਾ ਕੰਮ ਹੈ, ਸਰਵਉੱਚ ਕਾਨੂੰਨ ਇਸ ਨੂੰ ਕਿਹਾ ਜਾਂਦਾ ਦੇਸ਼ ਦਾ, ਤਾਂ ਇਹ ਰਾਸ਼ਟਰਪਤੀ ਨੂੰ ਸੁਪਰਦ ਜਿਹੜਾ ਕੀਤਾ ਗਿਆ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸੁਪਰੀਮ ਕੋਰਟ ਦੇ ਅਪੀਲੀ ਅਧਿਕਾਰ ਵਿੱਚ ਕੀ ਸ਼ਾਮਿਲ ਹੈ? ਸੰਵਿਧਾਨਕ ਮਾਮਲਿਆਂ ਸੰਬੰਧੀ ਅਪੀਲਾਂ, ਦੀਵਾਨੀ ਮੁਕੱਦਮਿਆਂ ਸੰਬੰਧੀ ਅਪੀਲਾਂ, ਫੌਜਦਾਰੀ ਮੁਕੱਦਮਿਆਂ ਵਿੱਚ ਅਪੀਲਾਂ ਜਾਂ ਉਪਰੋਕਤ ਸਾਰੇ। ਤਾਂ ਜੋ ਸੁਪਰੀਮ ਕੋਰਟ ਹੈ ਤਾਂ ਇਹਦੇ ਅਪੀਲੀ ਅਧਿਕਾਰਾਂ ਵਿੱਚ ਜਿੱਥੇ ਆਪਾਂ ਅਪੀਲ ਕਰ ਸਕਦੇ ਹਾਂ ਤਾਂ ਇਹ ਸਾਰਾ ਕੁਝ ਹੀ ਸ਼ਾਮਲ ਆ ਜਾਏਗਾ, ਜਿਹਦੇ ਵਿੱਚ ਸੰਵਿਧਾਨਕ ਮਾਮਲੇ ਆ ਗਏ, ਇਹਨਾਂ ਦੇ ਸੰਬੰਧ ਵਿੱਚ ਅਪੀਲਾਂ ਆ ਗਈਆਂ, ਜੋ ਦੀਵਾਨੀ ਮੁਕੱਦਮੇ ਨੇ ਇਹ ਆ ਗਏ, ਫੌਜਦਾਰੀ ਮੁਕੱਦਮੇ ਸੰਬੰਧੀ ਅਪੀਲਾਂ ਨੇ ਜਿਹੜੀਆਂ ਆ ਗਈਆਂ। ਤਾਂ ਉਪਰੋਕਤ ਸਾਰੇ। ਸੋ ਇੱਦਾਂ ਦਾ ਕੁਐਸਚਨ ਹੁੰਦਾ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਲਗਭਗ ਜਿਹੜਾ 100% ਆਨਸਰ ਜਿਹੜਾ ਉਪਰੋਕਤ ਸਾਰੇ ਹੀ ਹੁੰਦਾ ਹੈ। ਭਾਰਤੀ ਸੰਵਿਧਾਨ ਦੇ ਵਿੱਚ ਆਰਟੀਕਲ 143 ਕਿਸ ਨਾਲ ਸੰਬੰਧਿਤ ਹੈ? ਤਾਂ ਪਹਿਲਾਂ ਤੁਹਾਨੂੰ ਕੁਐਸਚਨ ਕਰਵਾਇਆ 143 ਸੁਪਰੀਮ ਕੋਰਟ ਦੇ ਸਥਾਨ ਸੰਬੰਧੀ ਹੈ, ਜੱਜਾਂ ਦੀਆਂ ਯੋਗਤਾਵਾਂ ਦੇ ਸੰਬੰਧੀ ਹੈ, ਸੁਪਰੀਮ ਕੋਰਟ ਦੇ ਸਲਾਹਕਾਰੀ ਕਾਰਜਾਂ ਦੇ ਸੰਬੰਧੀ ਹੈ ਜਾਂ ਹਾਈ ਕੋਰਟ ਦੀ ਵਿਵਸਥਾ ਨਾਲ ਸੰਬੰਧੀ ਹੈ। ਤਾਂ ਭਾਰਤੀ ਸੰਵਿਧਾਨ ਜਿਹੜਾ ਆਰਟੀਕਲ 143 ਹੈ ਤਾਂ ਇਹ ਸੁਪਰੀਮ ਕੋਰਟ ਦੇ ਸਲਾਹਕਾਰੀ ਕਾਰਜਾਂ ਨਾਲ ਸੰਬੰਧਿਤ ਹੈ ਜਾਂ ਸੰਬੰਧੀ ਹੈ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਦੇ ਬੁਨਿਆਦੀ ਢਾਂਚੇ ਸੰਕਲਪ ਜਿਹਨੂੰ ਬੇਸਿਕ ਸਟਰਕਚਰ ਜਿਹੜਾ ਕਿਹਾ ਜਾਂਦਾ ਹੈ ਕਿਸ ਕੇਸ ਦੇ ਸਮੇਂ ਦਿੱਤਾ ਗਿਆ? ਬੁਨਿਆਦੀ ਢਾਂਚੇ ਦਾ ਸੰਕਲਪ 1967 ਦਾ ਗੋਲਕਨਾਥ ਮੁਕੱਦਮਾ, 1973 ਦਾ ਕੇਸ਼ਵਾਨੰਦ ਭਾਰਤੀ ਮੁਕੱਦਮਾ,
1980 ਦਾ ਮਿਨਰਵਾ ਮਿਲਜ਼ ਕੇਸ ਜਾਂ 1995 ਦਾ LIC ਕੇਸ। ਤਾਂ ਬੁਨਿਆਦੀ ਢਾਂਚੇ ਦਾ ਸੰਕਲਪ ਹੈ ਜਿਹੜਾ 1973 ਦਾ ਕੇਸ਼ਵਾਨੰਦ ਭਾਰਤੀ ਮੁਕੱਦਮਾ ਕੇਸ ਦੇ ਸਮੇਂ ਜਿਹੜਾ ਦਿੱਤਾ ਗਿਆ ਸੀ। ਆਪਸ਼ਨ ਆੜਾ ਰਾਈਟ ਆਨਸਰ ਬਣੇਗਾ। ਸੰਵਿਧਾਨ ਦੀ ਧਾਰਾ 138 ਦੇ ਅਨੁਸਾਰ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਦੇ ਵਿੱਚ ਵਾਧਾ ਕਰਨ ਦਾ ਅਧਿਕਾਰ ਹੈ ਜਿਹੜਾ ਕਿਸ ਨੂੰ ਹੈ? ਸੰਘੀ ਸੰਸਦ ਨੂੰ, ਰਾਜ ਵਿਧਾਨ ਮੰਡਲ ਨੂੰ, ਸਿਰਫ ਰਾਸ਼ਟਰਪਤੀ ਨੂੰ ਜਾਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੋਵਾਂ ਨੂੰ। ਤਾਂ 138 ਧਾਰਾ ਦੇ ਅਨੁਸਾਰ ਸੁਪਰੀਮ ਕੋਰਟ ਦਾ ਜੋ ਅਧਿਕਾਰ ਖੇਤਰ ਹੈ ਇਹਦੇ ਵਿੱਚ ਵਾਧਾ ਕਰਨ ਦਾ ਜਿਹੜਾ ਅਧਿਕਾਰ ਹੈ ਉਹ ਸੰਘੀ ਸੰਸਦ ਕੋਲ ਹੈ। ਸੁਪਰੀਮ ਕੋਰਟ ਦਾ ਅਧਿਕਾਰ ਖੇਤਰ ਜਿਹੜਾ ਵਧਾ ਸਕਦੀ ਹੈ ਧਾਰਾ 138 ਦੇ ਅਨੁਸਾਰ। ਤਾਂ ਆਪਸ਼ਨ ਊੜਾ ਜਿਹੜਾ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ ਨਿਆਇਕ ਪੁਨਰ ਨਿਰੀਖਣ ਜੁਡੀਸ਼ੀਅਲ ਰਿਵਿਊ ਦਾ ਸਿਧਾਂਤ ਹੈ ਜਿਹੜਾ ਇਹ ਕਿਹੜੇ ਦੇਸ਼ ਦੀ ਦੇਣ ਹੈ? ਭਾਰਤ, ਇੰਗਲੈਂਡ, ਅਮਰੀਕਾ ਜਾਂ ਫਿਰ ਰੂਸ ਦੀ? ਤਾਂ ਇਹ ਦੇਣ ਹੈ ਜੀ ਅਮਰੀਕਾ ਦੀ, ਯੂਨਾਈਟਿਡ ਸਟੇਟਸ ਆਫ ਅਮਰੀਕਾ USA। ਨਿਆਇਕ ਪੁਨਰ ਨਿਰੀਖਣ ਦਾ ਸਿਧਾਂਤ। ਨਿਆਇਕ ਪੁਨਰ ਨਿਰੀਖਣ ਦਾ ਸਿਧਾਂਤ ਅਮਰੀਕਾ ਦੇ ਕਿਸ ਮੁੱਖ ਜੱਜ ਨੇ ਮਾਰਬਰੀ ਬਨਾਮ ਮੈਡੀਸਨ ਕੇਸ 1803 ਦੇ ਸਮੇਂ ਜਿਹੜਾ ਦਿੱਤਾ ਸੀ? ਜੌਨ ਮਾਰਸ਼ਲ ਨੇ, ਜਹਾਜ਼ ਬੁਸ਼ ਨੇ, ਜੌਨ ਰਾਬਰਟਸਨ ਨੇ ਜਾਂ ਅਰਲ ਵਾਰੇਨ ਨੇ? ਤਾਂ ਇਹ ਮੁੱਖ ਜੱਜ ਸੀਗੇ ਜੌਨ ਮਾਰਸ਼ਲ, ਜਿਨ੍ਹਾਂ ਨੇ ਨਿਆਇਕ ਪੁਨਰ ਨਿਰੀਖਣ ਦਾ ਸਿਧਾਂਤ, ਜੋ ਅਮਰੀਕਾ ਦੇ ਜੱਜ ਸੀ ਜੌਨ ਮਾਰਸ਼ਲ ਨੇ, ਮਾਰਬਰੀ ਬਨਾਮ ਮੈਡੀਸਨ ਕੇਸ 1803 ਦੇ ਸਮੇਂ ਜਿਹੜਾ ਦਿੱਤਾ ਸੀਗਾ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਨੇ ਜਿਹੜੇ ਨਿਆਇਕ ਪੁਨਰ ਨਿਰੀਖਣ ਦੀ ਵਿਵਸਥਾ ਕਰਦੇ ਸਨ? 226, 227, 32 ਜਾਂ ਉਪਰੋਕਤ ਸਾਰੇ? ਤਾਂ ਇਹ ਆਏਗਾ ਜੀ ਉਪਰੋਕਤ ਸਾਰੇ, ਜਿਹਦੇ ਵਿੱਚ 227 ਵੀ ਆ ਗਿਆ, 226 ਵੀ ਆ ਗਿਆ ਅਤੇ 32 ਵੀ ਆ ਗਿਆ। ਸੋ ਹੋ ਸਕਦਾ ਐਗਜ਼ਾਮ ਦੇ ਵਿੱਚ ਇਹਨਾਂ ਤਿੰਨਾਂ ਚੋਂ ਕੋਈ ਇੱਕ ਆਪਸ਼ਨ ਪਾ ਦਿੱਤੀ ਜਾਵੇ, ਤਾਂ ਇਹ ਜ਼ਰੂਰ ਧਿਆਨ ਦੇ ਵਿੱਚ ਰੱਖਿਓ। ਅੱਗੇ ਸਹੀ ਮਿਲਾਨ ਕਰਨਾ ਹੈ। ਸੁਪਰੀਮ ਕੋਰਟ। ਤਾਂ ਸੁਪਰੀਮ ਕੋਰਟ ਦਾ ਮੌਲਿਕ ਅਧਿਕਾਰ ਖੇਤਰ ਕਿਸ ਦੇ ਤਹਿਤ ਆਉਂਦਾ, ਕਿਹੜੇ ਆਰਟੀਕਲ ਦੇ ਤਹਿਤ ਆਉਂਦਾ ਹੈ? ਤਾਂ ਪਹਿਲੇ ਦਾ ਆ ਜਾਏਗਾ A 131। ਸੁਪਰੀਮ ਕੋਰਟ ਦਾ ਅਪੀਲੀ ਅਧਿਕਾਰ ਖੇਤਰ ਦੀਵਾਨੀ ਮੁਕੱਦਮੇ, ਆਪਾਂ ਹੁਣੇ ਪਿੱਛੇ ਜੇ ਪੜ੍ਹ ਕੇ ਆਏ ਹਾਂ, ਤਾਂ ਇਹਦਾ ਆ ਜਾਏਗਾ 133। ਸੁਪਰੀਮ ਕੋਰਟ ਦਾ ਅਪੀਲੀ ਅਧਿਕਾਰ ਫੌਜਦਾਰੀ ਮੁਕੱਦਮੇ, ਤੇ ਇਹਦਾ ਆਏਗਾ 134। ਅਤੇ ਸੁਪਰੀਮ ਕੋਰਟ ਰਾਸ਼ਟਰਪਤੀ ਦੀ ਸਲਾਹਕਾਰ 143। ਤਾਂ ਆਪਸ਼ਨ ਊੜਾ ਸਾਰਨੀ ਦੇ ਹਿਸਾਬ ਨਾਲ ਆਨਸਰ ਹੈ ਜਿਹੜਾ ਬਣੇਗਾ। ਸੋ ਇਸ ਤਰ੍ਹਾਂ ਸਾਰਨੀਆਂ ਵੀ ਕਈ ਵਾਰ ਐਗਜ਼ਾਮ ਦੇ ਵਿੱਚ ਨੇ ਜਿਹੜੀਆਂ ਪਾ ਦਿੱਤੀਆਂ ਜਾਂਦੀਆਂ ਨੇ। ਅਗਲਾ ਪ੍ਰਸ਼ਨ ਹੈ ਸੁਪਰੀਮ ਕੋਰਟ ਦਾ ਸੰਵਿਧਾਨਕ ਮਾਮਲਿਆਂ ਸੰਬੰਧੀ ਅਪੀਲੀ ਅਧਿਕਾਰ ਖੇਤਰ ਕਿਸ ਅਨੁਛੇਦ ਦੇ ਅੰਤਰਗਤ ਜਿਹੜਾ ਆਉਂਦਾ ਹੈ? ਤਾਂ ਸਾਰਨੀ ਚੋਂ ਨਿਕਲਿਆ ਕੁਐਸਚਨ ਹੈ ਇਹ 131, 132, 133 ਜਾਂ ਫਿਰ 134। ਤਾਂ ਸੁਪਰੀਮ ਕੋਰਟ ਦਾ ਸੰਵਿਧਾਨਕ ਮਾਮਲਿਆਂ ਸੰਬੰਧੀ ਅਪੀਲੀ ਅਧਿਕਾਰ ਖੇਤਰ ਜਿਹੜਾ ਅਨੁਛੇਦ 132 ਦੇ ਅੰਤਰਗਤ ਆਉਂਦਾ ਹੈ। ਆਪਸ਼ਨ ਆੜਾ ਰਾਈਟ ਆਨਸਰ ਬਣੇਗਾ। 1951 ਦੀ ਪਹਿਲੀ ਸੰਵਿਧਾਨਕ ਸੋਧ ਰਾਹੀਂ ਭਾਰਤੀ ਸੰਵਿਧਾਨ ਵਿੱਚ ਕਿਹੜੀ ਅਨੁਸੂਚੀ ਹੈ ਜਿਹੜੀ ਦਰਜ ਕੀਤੀ ਗਈ ਸੀ? ਕੁਐਸਚਨ ਮੋਸਟ ਇੰਪੋਰਟੈਂਟ ਹੈ, ਇਹ ਜ਼ਰੂਰ ਨੋਟ ਕਰ ਲਿਓ। 7ਵੀਂ, 8ਵੀਂ, 9ਵੀਂ ਜਾਂ ਫਿਰ 11ਵੀਂ? ਤਾਂ 1951 ਦੀ ਪਹਿਲੀ ਸੰਵਿਧਾਨਕ ਸੋਧ ਰਾਹੀਂ ਭਾਰਤ ਦੇ ਸੰਵਿਧਾਨ ਦੇ ਵਿੱਚ 9ਵੀਂ ਅਨੁਸੂਚੀ ਹੈ ਜਿਹੜੀ ਦਰਜ ਕੀਤੀ ਗਈ ਸੀ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ ਕੇਸ਼ਵਾਨੰਦ ਭਾਰਤ ਦੇ ਜਾਂ ਭਾਰਤੀ ਦੇ ਮੁਕੱਦਮੇ ਸਮੇਂ ਭਾਰਤ ਦਾ ਮੁੱਖ ਜੱਜ ਕੌਣ ਸੀ? SM ਸੀਕਰੀ, RS ਪਾਠਕ, ਲਲਿਤ ਮੋਹਨ ਸ਼ਰਮਾ ਜਾਂ YK ਸੱਭਰਵਾਲ? ਤਾਂ ਕੇਸ਼ਵਾਨੰਦ ਭਾਰਤ ਦੇ ਮੁਕੱਦਮੇ ਸਮੇਂ ਭਾਰਤ ਦਾ ਜੋ ਜੱਜ ਸੀਗਾ ਉਹ SM ਸੀਕਰੀ ਸੀਗਾ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਕਿਸੇ ਵੀ ਰਾਜ ਦੀ ਸਰਵਉੱਚ ਅਦਾਲਤ ਕਿਹੜੀ ਹੁੰਦੀ ਹੈ? ਸੁਪਰੀਮ ਕੋਰਟ, ਹਾਈ ਕੋਰਟ, ਜ਼ਿਲ੍ਹਾ ਅਦਾਲਤਾਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਤਾਂ ਕੋਈ ਸਟੇਟ ਹੈ ਯਾਨੀ ਕਿ ਰਾਜ ਦੀ ਸਰਵਉੱਚ ਅਦਾਲਤ ਹੈ ਜਿਹੜੀ ਹਾਈ ਕੋਰਟ ਹੁੰਦੀ ਹੈ।
ऑप्शन आड़ा राइट आंसर आएगा। अगला प्रश्न है राज्यां विच हाई कोर्ट की व्यवस्था भारतीय संविधान के किस आर्टिकल के अनुसार है जी की गई है? 214, 124, 152 या 171। तो राज्यां दे विच हाई कोर्ट की जी व्यवस्था है वो आर्टिकल 214 के अनुसार की गई है। संविधान का किहड़ा आर्टिकल ये व्यवस्था करता है कि 2 या 2 तो वधेरे राज्यां की एक सांझी जिहड़ी हाई कोर्ट हो सकती है? 214, 231, 251 या फिर 211। तो ये आर्टिकल है जी आर्टिकल 231 जिहड़ी ये व्यवस्था करता है कि 2 या 2 तो वध जो स्टेट ने इन्हां दी सांझी हाई कोर्ट है जिहड़ी हो सकती है। अगला प्रश्न है इसका आंसर तुहानूं पता ही होएगा, पंजाब अते हरियाणा की सांझी हाई कोर्ट कित्थे है? चंडीगढ़, गुवाहाटी, दिल्ली, मुंबई। तो ये है जी चंडीगढ़ जिथे हुण क्लर्क दी वैकेंसियां आउट होईयां होईयां ने, तुहानूं वीडियो थ्रू दस्सिया सीगा। 7 राज्यां असम, मणिपुर, नागालैंड, मेघालय, त्रिपुर, मिजोरम अते अरुणाचल प्रदेश इन्हां दी सांझी हाई कोर्ट कित्थे है? इलाहाबाद, हैदराबाद, गुवाहाटी या शिमला। तो इन्हां दी हाई कोर्ट है जिहड़ी गुवाहाटी है। ऑप्शन ई डी राइट आंसर आएगा। शिमला स्थित हाई कोर्ट का अधिकार खेत्र किहड़ा गा? हरियाणा, आंध्र प्रदेश, राजस्थान या हिमाचल प्रदेश। तो शिमला स्थित जो हाई कोर्ट का अधिकार खेत्र जिहड़ा हिमाचल प्रदेश है। कलकत्ता हाई कोर्ट का अधिकार खेत्र किहड़ा है? पश्चिमी बंगाल, अंडेमान निकोबार, ऊड़ा ते आड़ा या दिल्ली। तो ऊड़ा ते आड़ा कलकत्ता हाई कोर्ट का अधिकार खेत्र है, अंडेमान ते निकोबार अते पश्चिमी बंगाल। अगला प्रश्न है हाई कोर्ट के जजां की नियुक्ति सुप्रीम कोर्ट के मुख्य जज अते संबंधित राज के राजपाल की सलाह नाल कौन करेगा? सुप्रीम कोर्ट का साबका जज जो साबका मुख्य जज है, भारत का अटारनी जनरल, राष्ट्रपति या उप राष्ट्रपति। तो हाई कोर्ट के जजां की नियुक्ति सुप्रीम कोर्ट के मुख्य जज अते संबंधित राज के राजपाल की सलाह नाल जिहड़ा राष्ट्रपति करेगा। राष्ट्रपति जजां नूं नियुक्त करता है, पहलां भी तुहानूं दस्सिया सीगा। तो ऑप्शन ए डी राइट आंसर आएगा। हाई कोर्ट का मुख्य जज बनने लई किहड़ियां योग्यतावां दा होना जरूरी है? तो उपरोक्त सारे आएगा। भारत का नागरिक होवे, भारत में घट्टो घट्ट 10 साल ਲਈ किसी न्यायिक अहुदे उत्ते रहा होवे, एक ਜਾਂ ਵਧੇਰੇ हाई कोर्ट में घट्टो घट्ट 10 साल तक वकालत है जिहड़ी कर चुका होवे। अगला प्रश्न है संविधान के अनुच्छेद 217 के अनुसार हाई कोर्ट का जज किन्ने साल की उम्र तक अपने अहुदे ते जिहड़ा रह सकता है? 62 साल, 65, 52 या 55 साल। तो संविधान का अनुच्छेद है 217, ये अनुसार जो हाई कोर्ट का जज है वो 62 साल की उम्र तक अपने अहुदे ते जिहड़ा रह सकता है। हाई कोर्ट के जजां नूं समय तो पहला किस द्वारा हटाया जा सकता है? हाई कोर्ट के मुख्य जज के द्वारा, सांसद अते राष्ट्रपति द्वारा, राज विधान मंडल या राजपाल द्वारा। तो सांसद अते राष्ट्रपति, क्योंकि राष्ट्रपति है जिहड़ा जजां नूं नियुक्त करता है, दूजा पावर है जिहड़ी सांसद कोल है। इन्हां दोनों राही हाई कोर्ट के जो जज ने इन्हां नूं समय तो पहला हटाया जा सकता है। ऑप्शन आड़ा राइट आंसर आएगा। वर्तमान समय हाई कोर्ट के जजां की प्रति महीना तनख्वाह जिहड़ी कितनी है? 290, 280, 250 या 2 लाख। तो 2,50,000 वर्तमान समय जो हाई कोर्ट के जज ने प्रति महीना इन्नी तनख्वाह गी। पंजाब अते हरियाणा हाई कोर्ट जो चंडीगढ़ दे विच इहदी स्थापना कदों हुई सी? 1949, 1857, 1875 या 1984। तो पंजाब अते हरियाणा हाई कोर्ट चंडीगढ़ इहदी जिहड़ी स्थापना है 1875 दे विच हुई सी। ऑप्शन ए डी साडा राइट आंसर आएगा। अगला प्रश्न है क्वेश्चन के तौर पर पूछा गया है कि सर्वोच्च अदालत का मुख्य जज सेवा मुक्त होने तो बाद वकालत कर सकता है? नहीं, हाँ, सिर्फ 3 बार या सिर्फ 1 बार। तो पहला भी तुहानूं दस्सिया सी नहीं कर सकते, ये रूल नहीं है। जो सर्वोच्च अदालत का जज है
ਸੇਵਾ ਮੁਕਤ ਹੋ ਜਾਂਦਾ, ਇਸ ਤੋਂ ਬਾਅਦ ਉਹ ਵਕਾਲਤ ਜਿਹੜੀ ਨਹੀਂ ਕਰ ਸਕਦਾ। ਸਰਵਉੱਚ ਅਦਾਲਤ ਦੁਆਰਾ ਦਿੱਤੇ ਫੈਸਲਿਆਂ ਨੂੰ ਮੰਨਣਾ ਲਾਜ਼ਮੀ ਹੈ। ਕਿਹਦੇ ਲਈ ਲਾਜ਼ਮੀ ਹੈ? ਜੋ ਸਰਵਉੱਚ ਅਦਾਲਤ ਫੈਸਲੇ ਦਿੰਦੀ ਹੈ, ਸਿਰਫ ਹਾਈ ਕੋਰਟ ਲਈ, ਸਿਰਫ ਕੋਰਟ ਲਈ, ਸੈਸ਼ਨ ਕੋਰਟ ਲਈ ਜਾਂ ਸਾਰਿਆਂ ਲਈ? ਤਾਂ ਇਹ ਤਾਂ ਸਾਰਿਆਂ ਲਈ ਆਏਗਾ। ਜੋ ਸਰਵਉੱਚ ਅਦਾਲਤ ਦੇ ਫੈਸਲੇ ਦਿੱਤੇ ਜਾਂਦੇ ਨੇ ਤਾਂ ਉਹਨੂੰ ਹਾਈ ਕੋਰਟ ਵੀ ਮੰਨਦੀ ਹੈ, ਸਿਵਲ ਕੋਰਟ ਵੀ ਅਤੇ ਸੈਸ਼ਨ ਕੋਰਟ ਵੀ। ਆਪਸ਼ਨ ਸੱਸਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਭਾਰਤ ਵਿੱਚ ਉੱਚ ਅਦਾਲਤਾਂ ਦੀ ਗਿਣਤੀ ਕਿੰਨੀ ਹੈ? 19, 20, 21 ਜਾਂ ਫਿਰ 22? ਤਾਂ ਅੱਜ ਦੇ ਹਿਸਾਬ ਨਾਲ ਆਪਾਂ ਅਪਡੇਟ ਕਰ ਲਿਓ। ਤਾਂ ਇਹ ਅਦਾਲਤਾਂ ਦੀ ਗਿਣਤੀ ਹੈ ਜਿਹੜੀ 21 ਹੈ। ਰਾਸ਼ਟਰਪਤੀ ਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਕਿਸ ਦੀ ਸਲਾਹ ਤੇ ਜਿਹੜੀ ਕਰਦਾ ਹੈ? ਪ੍ਰਧਾਨ ਮੰਤਰੀ ਦੀ ਸਲਾਹ ਤੇ, ਮੁੱਖ ਜੱਜ ਨਾਲ ਸਲਾਹ ਕਰਨ ਤੇ, ਸਪੀਕਰ ਦੀ ਸਲਾਹ ਤੇ ਜਾਂ ਉਪ ਰਾਸ਼ਟਰਪਤੀ ਦੀ ਸਲਾਹ ਤੇ? ਤਾਂ ਰਾਸ਼ਟਰਪਤੀ ਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਹੈ ਜਿਹੜੀ ਮੁੱਖ ਜੱਜ ਨਾਲ ਸਲਾਹ ਕਰਨ ਤੇ ਜਿਹੜੀ ਕਰਦਾ ਹੈ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਉੱਚ ਅਦਾਲਤ ਦਾ ਜੱਜ ਬਣਨ ਲਈ ਬਤੌਰ ਜੱਜ ਕਿੰਨੇ ਸਾਲ ਦਾ ਤਜਰਬਾ ਜਿਹੜਾ ਹੋਣਾ ਚਾਹੀਦਾ? ਪਿੱਛੇ ਆਪਾਂ ਕਰਕੇ ਆਏ ਯੋਗਤਾਵਾਂ ਦੇ ਵਿੱਚ 5 ਸਾਲ, 7 ਸਾਲ, 10 ਸਾਲ ਜਾਂ 11 ਸਾਲ। ਤਾਂ ਉੱਚ ਅਦਾਲਤ ਦਾ ਜੱਜ ਬਣਨ ਲਈ ਬਤੌਰ ਜੱਜ ਜਿਹੜਾ 10 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਆਪਸ਼ਨ ਡੀ ਸਾਡਾ ਰਾਈਟ ਆਨਸਰ ਆਏਗਾ। ਸੋ ਦੋਸਤੋ, ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ। ਕੰਟੀਨਿਊ ਵੀਡੀਓ ਤੁਹਾਨੂੰ ਪ੍ਰੋਵਾਈਡ ਕਰਦੇ ਰਹਾਂਗੇ। ਸੋ ਪੋਲਿਟੀ ਦੇ PDF ਨੋਟਿਸ ਜ਼ਰੂਰ ਰੀਡ ਕਰ ਲਿਓ। ਮੋਸਟ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਉਹਦੇ ਵਿੱਚ ਐਡ ਕੀਤੀ ਹੋਈ ਹੈ, ਤਾਂ ਜਾਂਦੇ ਜਾਂਦੇ ਜ਼ਰੂਰ ਇੱਕ ਦਿਨ ਪਹਿਲਾਂ ਉਹਨੂੰ ਰੀਡ ਕਰ ਲਿਓ। ਕਾਫੀ ਸਾਰੇ ਕੁਐਸਚਨ ਜਿਹੜੇ ਤੁਹਾਨੂੰ ਉਹਦੇ ਵਿੱਚੋਂ ਮਿਲ ਜਾਣਗੇ, ਕਿਉਂਕਿ ਜੋ ਜਿਹਦੇ ਟੌਪਿਕ ਦੇ ਵਿੱਚੋਂ ਮੇਨ ਕੁਐਸਚਨ ਬਣਨਗੇ ਉਹਦੇ ਵਿੱਚ ਸਾਰੀ ਜਾਣਕਾਰੀ ਐਡ ਹੈ ਜਿਹੜੀ ਕੀਤੀ ਹੋਈ ਹੈ। ਲਿੰਕ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਸੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ। ਧੰਨਵਾਦ ਜੀ।